ਹੈਲੋ ਸਟੂਡੈਂਟਸ, ਅੱਜ ਅਸੀਂ ਅਸੈਸਮੈਂਟ ਫਾਰ ਲਰਨਿੰਗ ਵਾਲੇ ਪੇਪਰ ਦਾ ਟੌਪਿਕ ਕਰਾਂਗੇ ਅਸਾਈਨਮੈਂਟ। ਅਸਾਈਨਮੈਂਟ ਨੂੰ ਅਸੈਸਮੈਂਟ ਦੇ ਟੂਲ ਦੀ ਤਰ੍ਹਾਂ ਕਿਵੇਂ ਵਰਤਿਆ ਜਾਂਦਾ ਹੈ। ਫੁੱਲ ਟੌਪਿਕ ਹੈ ਤੁਹਾਡਾ, ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੋਨਾਂ ਲਈ ਆ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਅਸਾਈਨਮੈਂਟ ਹੁੰਦੀ ਕੀ ਆ। ਵੈਸੇ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਕੀ ਹੁੰਦੀ ਆ, ਕਿਉਂਕਿ ਤੁਸੀਂ ਸਾਰਿਆਂ ਨੇ ਅਸਾਈਨਮੈਂਟਸ ਕੀਤੀਆਂ ਨੇ, ਪਰ ਫਿਰ ਵੀ ਇੱਕ ਫਾਰਮਲ ਲੈਂਗੁਏਜ ਦੇ ਵਿੱਚ ਅਸੀਂ ਅਸਾਈਨਮੈਂਟ ਦਾ ਮੀਨਿੰਗ ਕਰਾਂਗੇ। ਐਨ ਅਸਾਈਨਮੈਂਟ ਇਜ਼ ਅ ਟਾਸਕ ਦੈਟ ਸਮਵਨ ਇਜ਼ ਗਿਵਨ ਟੂ ਡੂ ਐਜ਼ ਅ ਪਾਰਟ ਆਫ ਹਿਸ ਜੌਬ। ਅਸਾਈਨਮੈਂਟ ਇੱਕ ਇਸ ਤਰ੍ਹਾਂ ਦਾ ਟਾਸਕ ਆ ਜਾਂ ਇਸ ਤਰ੍ਹਾਂ ਦਾ ਇੱਕ ਕੰਮ ਦਾ ਹਿੱਸਾ ਹੈ ਜਿਹੜਾ ਕਿਸੇ ਨੂੰ ਉਸ ਦੀ ਕੰਮ ਦੇ ਪਾਰਟ ਵਜੋਂ ਦਿੱਤਾ ਜਾਂਦਾ ਹੈ, ਉਸ ਦੀ ਜੌਬ ਦੇ ਪਾਰਟ ਵਜੋਂ ਦਿੱਤਾ ਜਾਂਦਾ ਹੈ। ਕੰਮ ਦਾ ਇੱਕ ਹਿੱਸਾ ਹੈ ਜਿਹੜਾ ਕੰਮ ਲਈ ਦਿੱਤਾ ਜਾਂਦਾ ਹੈ। ਇਨ ਐਜੂਕੇਸ਼ਨ ਐਨ ਅਸਾਈਨਮੈਂਟ ਇਜ਼ ਅ ਪੀਸ ਆਫ ਅਕੈਡਮਿਕ ਵਰਕ ਗਿਵਨ ਟੂ ਸਟੂਡੈਂਟਸ। ਸਿੱਖਿਆ ਦੇ ਵਿੱਚ ਅਸਾਈਨਮੈਂਟਸ ਨੇ ਜਿਹੜੀਆਂ ਇੱਕ ਇਸ ਤਰ੍ਹਾਂ ਦਾ ਕੰਮ ਨੇ ਜਿਹੜੀਆਂ ਉਹਨਾਂ ਦੇ ਜੋ ਵੀ ਉਹਨਾਂ ਦਾ ਕੋਰਸ ਵਰਕ ਆ ਉਸ ਨੂੰ ਅੱਗੇ ਵਧਾਉਂਦੀਆਂ ਨੇ, ਸਟੂਡੈਂਟਸ ਨੂੰ ਦਿੱਤੀਆਂ ਜਾਂਦੀਆਂ ਨੇ। ਅਸਾਈਨਮੈਂਟਸ ਇਨ ਐਜੂਕੇਸ਼ਨ ਰੈਫਰਸ ਟੂ ਅ ਟੀਚਿੰਗ ਐਕਟੀਵਿਟੀ। ਐਜੂਕੇਸ਼ਨ ਦੇ ਵਿੱਚ ਅਸਾਈਨਮੈਂਟਸ ਨੂੰ ਟੀਚਿੰਗ ਐਕਟੀਵਿਟੀ ਦੇ ਤੌਰ 'ਤੇ ਵੀ ਜਾਣਿਆ ਜਾ ਸਕਦਾ ਹੈ। ਗਿਵਨ ਬਾਏ ਦਾ ਟੀਚਰ ਟੂ ਹਿਸ ਸਟੂਡੈਂਟਸ ਇਨ ਦਾ ਸ਼ੇਪ ਆਫ ਅ ਪ੍ਰੋਬਲਮ, ਜਿਹੜੀਆਂ ਕਿ ਸਟੂਡੈਂਟਸ ਨੂੰ ਦਿੱਤੀਆਂ ਜਾਂਦੀਆਂ ਨੇ ਟੀਚਰ ਦੁਆਰਾ ਇੱਕ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨ ਲਈ। ਅਸਾਈਨਮੈਂਟਸ ਫਰੋਮ ਅ ਵੈਰੀ ਇੰਪੋਰਟੈਂਟ ਪਾਰਟ ਆਫ ਟੀਚਿੰਗ। ਅਸਾਈਨਮੈਂਟਸ ਨੇ ਜਿਹੜੀਆਂ ਟੀਚਿੰਗ ਦੇ ਵਿੱਚ ਬਹੁਤ ਜ਼ਿਆਦਾ ਰੋਲ ਅਦਾ ਕਰਦੀਆਂ ਨੇ। ਸੱਚ ਟੈਕਨੀਕ ਇਜ਼ ਆਲਸੋ ਹੈਲਪਫੁਲ ਫਾਰ ਦਾ ਪਰਪਜ਼ ਆਫ ਅਸੈਸਮੈਂਟ ਆਫ ਲਰਨਿੰਗ। ਤਾਂ ਲਰਨਿੰਗ ਦੀਆਂ ਆਊਟਕਮਸ ਦੇਖਣ ਲਈ ਜਾਂ ਅਸੈਸਮੈਂਟ ਦਾ ਇੱਕ ਪਾਰਟ ਇਹਨੂੰ ਮੰਨਿਆ ਜਾ ਸਕਦਾ। ਅਸੈਸਮੈਂਟ ਦੇ ਪਰਪਜ਼ ਦੇ ਤੌਰ 'ਤੇ ਵੀ ਇਸ ਟੈਕਨੀਕ ਨੂੰ ਯੂਜ਼ ਕੀਤਾ ਜਾ ਸਕਦਾ ਹੈ। ਇਟ ਇਜ਼ ਹੈਲਪਫੁਲ, ਇਟ ਇਜ਼ ਵੈਰੀ ਗੁੱਡ ਵੇ ਆਫ ਐਨਕਰੇਜਿੰਗ ਸਟੂਡੈਂਟਸ ਟੂ ਡੂ ਇੰਡੀਪੈਂਡੈਂਟ ਵਰਕ। ਤਾਂ ਬੱਚਿਆਂ ਨੂੰ ਸੁਤੰਤਰ ਕੰਮ ਸਿਖਾਉਣ ਦੀ ਬਹੁਤ ਵਧੀਆ ਤਕਨੀਕ ਆ ਇਹ। ਆਫਟਰ ਟੀਚਿੰਗ ਅ ਲੈਸਨ ਦਾ ਟੀਚਰ ਅਸਾਈਨਸ ਵਰਕ, provides guidelines and sets time limit for completion of assignment। ਤਾਂ ਇਹ ਹੁੰਦੀ ਕਿਵੇਂ ਆ, ਤੁਹਾਨੂੰ ਵੈਸੇ ਤਾਂ ਸਭ ਨੂੰ ਪਤਾ ਹੀ ਆ। ਲੈਸਨ ਪੜ੍ਹਾਉਣ ਤੋਂ ਬਾਅਦ ਅਧਿਆਪਕ ਆ ਜਿਹੜਾ ਉਹ ਹੋਮਵਰਕ ਦਿੰਦਾ ਹੈ, ਅਸਾਈਨ ਕਰਦਾ ਹੈ ਕੰਮ, ਗਾਈਡਲਾਈਨਸ ਪ੍ਰੋਵਾਈਡ ਕਰਦਾ ਹੈ, ਟਾਈਮ ਲਿਮਿਟ ਸੈੱਟ ਕਰਦਾ ਕਿ ਕਦੋਂ ਤੱਕ ਤੁਸੀਂ ਇਹ ਕੰਮ ਕਰਕੇ ਲਿਆਉਣਾ ਹੈ। ਅਤੇ ਇਸ ਤਰ੍ਹਾਂ ਨਾਲ ਜਿਹੜੀ ਅਸਾਈਨਮੈਂਟ ਦੀ ਕੰਪਲੀਸ਼ਨ ਹੈ ਜਿਹੜੀ ਉਹ ਹੁੰਦੀ ਆ, ਤਾਂ ਇਹਨੂੰ ਅਸਾਈਨਮੈਂਟ ਬੋਲਦੇ ਨੇ। ਅੱਗੇ ਹੈਗੀਆਂ ਨੇ ਡੈਫੀਨੇਸ਼ਨਸ ਆਫ ਅਸਾਈਨਮੈਂਟ। ਤਾਂ ਪੰਜਾਬੀ ਮੀਡੀਅਮ ਵਾਲੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਵੀ ਮੇਰਾ ਸੁਝਾਅ ਹੈ ਕਿ ਉਹ ਇੰਗਲਿਸ਼ ਦੇ ਵਿੱਚ ਹੀ ਡੈਫੀਨੇਸ਼ਨਸ ਨੂੰ ਲਰਨ ਕਰਨ, ਕਿਉਂਕਿ ਤੁਹਾਡਾ ਲੈਵਲ ਇੰਨਾ ਕੁ ਤਾਂ ਹੈ ਕਿ ਤੁਸੀਂ ਮਿਕਸ ਕਰਕੇ ਜਿਹੜਾ ਇਹ ਕੁਐਸਚਨ ਅਟੈਂਪਟ ਕਰ ਸਕੋ। ਇਕੱਲੀ ਪੰਜਾਬੀ ਦੇ ਵਿੱਚ ਨਹੀਂ, ਹੈਡਿੰਗ ਵਗੈਰਾ ਇੰਗਲਿਸ਼ 'ਚ ਲਿਖੋ, ਡੈਫੀਨੇਸ਼ਨਸ ਇੰਗਲਿਸ਼ 'ਚ ਲਿਖੋ, ਤਾਂ ਵਧੀਆ ਮਾਰਕਸ ਨੇ ਜਿਹੜੇ ਤੁਹਾਡੇ ਆਉਣਗੇ। According to Oxford Dictionary, a task or a piece of work that somebody is given to do, usually as part of their job or studies। ਤਾਂ ਆਕਸਫੋਰਡ ਡਿਕਸ਼ਨਰੀ ਦੀ ਜਿਹੜੀ ਆ ਡੈਫੀਨੇਸ਼ਨ ਦਿੱਤੀ ਹੋਈ ਆ ਕਿ ਇਸ ਤਰ੍ਹਾਂ ਦਾ ਕੰਮ ਦਾ ਹਿੱਸਾ ਇਹ ਜਿਹੜਾ ਕਿਸੇ ਨੂੰ ਉਸ ਦੇ ਕੰਮ ਦੇ ਵਿੱਚ ਅੱਗੇ ਵਧਣ ਲਈ ਜਾਂ ਸਟੱਡੀਜ਼ ਦੇ ਵਿੱਚ ਅੱਗੇ ਚੱਲਣ ਲਈ ਦਿੱਤਾ ਜਾਂਦਾ ਹੈ। ਇਨ ਦਾ ਵਰਡਸ ਆਫ G.A. Jacome, the assignment is a period in the teaching cycle when the teacher considers and outline tentatively the activities of pupils in preparation of studies। ਤਾਂ ਯਾਕਮ ਦੀ ਜਿਹੜੀ ਦਿੱਤੀ ਹੋਈ ਡੈਫੀਨੇਸ਼ਨ ਤੁਹਾਨੂੰ ਅੱਗੇ ਟਾਈਪਸ ਆਫ ਅਸਾਈਨਮੈਂਟਸ ਕਰਾਂਗੇ ਅਸੀਂ, ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ। ਹੈਡਿੰਗ ਤੁਹਾਨੂੰ ਮੈਂ ਦਿੱਤੇ ਹੋਏ ਨੇ, ਵਿੱਚ ਥੋੜੀ ਐਕਸਪਲੇਨੇਸ਼ਨ ਕਰਕੇ ਤੁਸੀਂ ਇਹਨਾਂ ਨੂੰ ਅੱਗੇ ਵਧਾ ਕੇ ਜਿਹੜਾ ਲੌਂਗ ਕੁਐਸਚਨ ਅਟੈਂਪਟ ਕਰ ਸਕਦੇ ਹੋ। ਐਸੇਜ਼, ਜਿਹੜੇ ਐਸੇ ਹੁੰਦੇ ਨੇ, ਬਰੋਡ ਜਿਹੜਾ ਕੰਸੈਪਟ ਹੁੰਦਾ ਏ, ਖੋਲ੍ਹ ਕੇ ਜਿਹੜੀਆਂ ਅਸੀਂ ਲਿਖਤਾਂ ਲਿਖਦੇ ਹਾਂ ਉਹ ਵੀ ਅਸਾਈਨਮੈਂਟ ਦੀ ਇੱਕ ਟਾਈਪ ਹੁੰਦੀ ਹੈ। ਓਰਲ ਪ੍ਰੈਜੈਂਟੇਸ਼ਨ,
ओरल कोई भी क्वेश्चन सैमीनार वगैरह कोई भी असी ओरल प्रेजेंटेशन करते हैं तो भी एक टाइप आ असाइनमेंट दी। रिसर्च पेपर्स ਜਿਹੜੇ ਵੀ ਰਿਸਰਚ ਵਰਕ ਹੁੰਦਾ ਹੈ ਉਹਦੇ ਜੋ ਵੀ ਥੀਸਿਸ ਵਗੈਰਾ ਜਾਂ ਜੋ ਵੀ ਕੋਈ ਰਿਸਰਚ ਪੇਪਰ ਤਿਆਰ ਹੁੰਦੇ ਨੇ ਉਹਨਾਂ ਨੂੰ ਵੀ ਅਸਾਈਨਮੈਂਟ ਦੀ ਟਾਈਪ ਬੋਲਿਆ ਜਾਂਦਾ ਹੈ। ਕੋਈ ਵੀ ਪ੍ਰੋਜੈਕਟ ਮਿਲਦੇ ਨੇ ਪ੍ਰੋਜੈਕਟ ਬੇਸ ਵੀ ਅਸਾਈਨਮੈਂਟ ਹੋ ਸਕਦੀ ਆ। ਕੇਸ ਸਟੱਡੀਜ਼ ਨੇ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਕਰਨਾ ਜਾਂ ਕਿਸੇ ਵੀ ਕੇਸ ਨੂੰ ਲੈ ਕੇ ਉਸ ਨੂੰ ਸਟੱਡੀ ਕਰਨਾ ਵੀ ਇੱਕ ਅਸਾਈਨਮੈਂਟ ਦੀ ਟਾਈਪ ਆ। ਗਰੁੱਪ ਅਸਾਈਨਮੈਂਟਸ ਜਿਹੜੀਆਂ ਗਰੁੱਪ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਗਰੁੱਪ ਅਸਾਈਨਮੈਂਟਸ ਬੋਲਦੇ ਨੇ। 3 ਤੋਂ 4 ਜਾਂ 4 ਤੋਂ 5 ਜਿੰਨਾ ਵੀ ਗਰੁੱਪ ਟੀਚਰ ਅਸਾਈਨ ਕਰਦਾ ਹੈ ਪ੍ਰੋਜੈਕਟ ਲਈ ਜਾਂ ਕੰਮ ਲਈ ਉਸ ਨੂੰ ਗਰੁੱਪ ਅਸਾਈਨਮੈਂਟ ਬੋਲਦੇ ਨੇ। ਪ੍ਰੈਪਰੇਟਰੀ ਅਸਾਈਨਮੈਂਟ ਸ਼ੁਰੂਆਤੀ ਜਿਹੜੀਆਂ ਅਸਾਈਨਮੈਂਟਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਬੇਸਿਕ ਨੌਲੇਜ ਹੁੰਦੀ ਆ। ਫਿਰ ਹੈ ਸਟੱਡੀ ਅਸਾਈਨਮੈਂਟ ਜਿਹੜੀਆਂ ਕਰੀਕੁਲਮ ਨੂੰ ਅੱਗੇ ਵਧਾਉਣ ਨੂੰ ਕੰਮ ਆਉਂਦੀਆਂ ਨੇ। ਫਿਰ ਅੱਗੇ ਹੈਗਾ ਪ੍ਰੈਕਟਿਸ ਅਸਾਈਨਮੈਂਟਸ ਜਿਹੜੀਆਂ ਤੁਹਾਨੂੰ ਪ੍ਰੈਕਟਿਸ ਲਈ ਪ੍ਰਮੋਟ ਕਰਦੀਆਂ ਨੇ ਅੱਗੇ ਤਿਆਰ ਕਰਦੀਆਂ ਨੇ ਪ੍ਰੈਕਟਿਸ ਲਈ ਤਾਂ ਪ੍ਰੈਕਟਿਸ ਅਸਾਈਨਮੈਂਟਸ ਬੋਲਦੇ ਨੇ। ਇਵੈਲੂਏਟਿਵ ਅਸਾਈਨਮੈਂਟਸ ਜਿਨ੍ਹਾਂ ਨੂੰ ਇਵੈਲੂਏਸ਼ਨ ਦੇ ਤੌਰ ਤੇ ਲਿਆ ਜਾਂਦਾ ਉਹਨਾਂ ਨੂੰ ਇਵੈਲੂਏਟਿਵ ਅਸਾਈਨਮੈਂਟਸ ਬੋਲਦੇ ਨੇ। ਫਿਰ ਹੈ ਰਿਮੇਡੀਅਲ ਅਸਾਈਨਮੈਂਟਸ ਜਿਨ੍ਹਾਂ ਨੂੰ ਗ੍ਰੇਡਿੰਗ ਸਿਸਟਮ ਤੋਂ ਬਾਅਦ ਇਵੈਲੂਏਸ਼ਨ ਤੋਂ ਬਾਅਦ ਬੱਚਿਆਂ ਨੂੰ ਦਿੱਤਾ ਜਾਂਦਾ ਉਸ ਨੂੰ ਰਿਮੇਡੀਅਲ ਅਸੈਸਮੈਂਟ ਬੋਲਦੇ ਨੇ। ਤਾਂ ਇਹ ਜਿਹੜਾ ਇੰਪਰੂਵਮੈਂਟ ਵਾਸਤੇ ਦਿੱਤੀਆਂ ਜਾਂਦੀਆਂ ਨੇ ਤਾਂ ਇਹ ਸੀਗੀਆਂ ਟਾਈਪਸ ਆਫ ਅਸਾਈਨਮੈਂਟਸ। ਅੱਗੇ ਹੈਗਾ ਪ੍ਰੋਸੀਜਰ ਅਸਾਈਨਮੈਂਟ ਕੰਸਟਰਕਸ਼ਨ ਦਾ ਪ੍ਰੋਸੀਜਰ ਆ ਕਿਵੇਂ ਅਸਾਈਨਮੈਂਟ ਤੁਸੀਂ ਬਣਾਉਣੀ ਆ। ਇਹਦੇ ਵਿੱਚ ਅਧਿਆਪਕ ਤੇ ਵਿਦਿਆਰਥੀ ਦੋਨਾਂ ਲਈ ਅਸੀਂ ਫੋਲੋ ਕਰਦੇ ਹਾਂ। ਆਊਟਲਾਈਨ ਸਭ ਤੋਂ ਪਹਿਲਾਂ ਜੋ ਵੀ ਮੈਪ ਬਣਾ ਲੈਣਾ ਹੈ ਕਿ ਕੀ ਅਸੀਂ ਕਰਨਾ ਕਿੱਥੇ ਇੰਟਰੋਡਕਸ਼ਨ ਦੇਣੀ ਆ ਕਿ ਕਿਹੜੀ ਬਾਡੀ ਆ ਕਿਸ ਦੇ ਵਿੱਚ ਮੇਨ ਜਿਹੜੀ ਗੱਲ ਦੇਣੀ ਆ ਅਸੀਂ ਕਿਹੜੀਆਂ ਐਗਜ਼ਾਮਪਲਸ ਦੇਣੀਆਂ ਨੇ ਕਿੱਥੋਂ ਕਿੱਥੋਂ ਅਸੀਂ ਡਾਟਾ ਇਕੱਠਾ ਕਰਨਾ ਤੇ ਇਹ ਆਊਟਲਾਈਨ। ਫਿਰ ਡਿਟਰਮੀਨੇਸ਼ਨ ਆਫ ਆਬਜੈਕਟਿਵਸ ਕਿਹੜੇ ਉਦੇਸ਼ਾਂ ਨੂੰ ਲੈ ਕੇ ਅਸੀਂ ਅਸਾਈਨਮੈਂਟ ਲਿਖ ਰਹੇ ਹਾਂ ਉਹਨਾਂ ਦੀ ਡਿਟਰਮੀਨੇਸ਼ਨ ਕਰਨੀ ਆ। ਪਲੈਨਿੰਗ ਆਫ ਅਸਾਈਨਮੈਂਟ ਕਦੋਂ ਕਿਵੇਂ ਤੇ ਕਿੱਥੇ ਕਿਸ ਤਰ੍ਹਾਂ ਦੀ ਕਿਸ ਟਾਈਪ ਦੀ ਤਿਆਰ ਹੋਏਗੀ ਅਸਾਈਨਮੈਂਟ ਇਸ ਤਰ੍ਹਾਂ ਦੀ ਪਲਾਨਿੰਗ ਕਰਨੀ ਆ। ਫਿਰ ਸਿਲੈਕਸ਼ਨ ਆਫ ਟਾਈਪ ਆਫ ਅਸਾਈਨਮੈਂਟ ਕਿਸ ਤਰ੍ਹਾਂ ਦੀ ਅਸਾਈਨਮੈਂਟ ਅਸੀਂ ਬਣਾਉਣੀ ਆ ਉਸ ਦੀ ਸਿਲੈਕਸ਼ਨ ਕਰਨੀ ਆ। ਇਸ ਤੋਂ ਬਾਅਦ ਐਕਸਪੋਜੀਸ਼ਨ ਔਰ ਪ੍ਰੈਜੈਂਟੇਸ਼ਨ ਆਫ ਮੈਥਡ ਔਰ ਪ੍ਰੋਸੈਸ ਕਿਹੜੇ ਮੈਥਡ ਨਾਲ ਅਸੀਂ ਜਿਹੜਾ ਇਹ ਪ੍ਰੈਜੈਂਟੇਸ਼ਨ ਕਰਨੀ ਆ ਕਿਹੜੇ ਤਰੀਕੇ ਨਾਲ ਪ੍ਰੈਜੈਂਟੇਸ਼ਨ ਕਰਨੀ ਆ ਇਹ ਜਿਹੜੀ ਚੀਜ਼ ਆ ਉਹ ਨਿਰਧਾਰਿਤ ਕੀਤੀ ਜਾਂਦੀ ਆ। ਅੱਗੇ ਹੈਗਾ ਡਿਵੈਲਪਿੰਗ ਦਾ ਗ੍ਰੇਡਿੰਗ ਕ੍ਰਾਈਟੀਰੀਆ। ਗ੍ਰੇਡਿੰਗ ਕ੍ਰਾਈਟੀਰੀਆ ਕੀ ਬਣਾਉਣਾ ਹੈ ਕਿਵੇਂ ਦਾ ਹੋਊਗਾ ਇਸ ਨੂੰ ਡਿਵੈਲਪ ਕਰਨਾ। ਫੀਡਬੈਕ ਇਨ ਸਟੂਡੈਂਟਸ ਨੂੰ ਫੀਡਬੈਕ ਦੇਣ ਲਈ। ਸੁਪਰਵਾਈਜ਼ਿੰਗ ਦਾ ਅਸਾਈਨਮੈਂਟ ਵਰਕ ਜੋ ਵੀ ਅਸਾਈਨਮੈਂਟ ਦਾ ਕੰਮ ਆ ਉਸ ਨੂੰ ਉਸ ਦੀ ਸੁਪਰਵਿਜ਼ਨ ਕਰਨੀ ਉਸ ਨੂੰ ਨਿਰੀਖਣ ਕਰਨਾ ਉਸ ਨੂੰ ਜਾਂਚਣਾ। ਗ੍ਰੇਡ ਅਸਾਈਨਮੈਂਟ ਅਸਾਈਨਮੈਂਟ ਲਈ ਗ੍ਰੇਡ ਨਿਰਧਾਰਿਤ ਕਰਨੇ। ਇਵੈਲੂਏਟਿੰਗ ਆਫ ਅਸਾਈਨਮੈਂਟ ਅਸਾਈਨਮੈਂਟ ਨੂੰ ਇਵੈਲੂਏਸ਼ਨ ਲਈ ਤਿਆਰ ਕਰਨਾ। ਅੱਗੇ ਸਾਡੇ ਕੋਲ ਹੈਗੀ ਇੰਪੋਰਟੈਂਸ ਆਫ ਗੁੱਡ ਅਸਾਈਨਮੈਂਟ। ਅਸੀਂ ਜਾਣਦੇ ਹਾਂ ਕਿ ਅਸਾਈਨਮੈਂਟ ਵਰਕ ਆ ਜਿਹੜਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੁੰਦਾ ਜੇ ਧਿਆਨ ਨਾਲ ਕੀਤਾ ਜਾਵੇ। ਜੇ ਸਿਰਫ ਇੱਕ ਖਾਨਾ ਪੂਰਤੀ ਕੀਤੀ ਜਾਵੇ ਤਾਂ ਇਹ ਨਕਲ ਤੋਂ ਵੱਧ ਕੇ ਹੋਰ ਕੁਛ ਨਹੀਂ ਕਿ ਨਕਲ ਮਾਰ ਕੇ ਤੁਸੀਂ ਅਟੈਂਪਟ ਕਰਤਾ ਬਸ ਠੀਕ ਆ। ਤਾਂ ਅਸਾਈਨਮੈਂਟ ਨੂੰ ਇਸ ਤਰੀਕੇ ਨਾਲ ਜੇ ਅਸੀਂ ਦੇਖੀਏ ਤਾਂ ਅਸਾਈਨਮੈਂਟ ਜਿਹੜੀ ਆ ਇੰਪੋਰਟੈਂਟ ਰੋਲ ਅਦਾ ਕਰਦੀ ਆ। ਜੇ ਅਸੀਂ ਇਸ ਤੋਂ ਫਾਇਦਾ ਉਠਾਉਣ ਦੀ ਗੱਲ ਕਰੀਏ ਤਾਂ ਕੀ ਜਿਹੜੇ ਕੰਮ ਨੇ ਦੇ ਕੀ ਇੰਪੋਰਟੈਂਸ ਆ। ਅਸਾਈਨਮੈਂਟ ਹੈਲਪਸ ਇਨ ਅਪਲਾਈਂਗ ਦਾ ਲਰਨਡ ਮਟੀਰੀਅਲ ਜੋ ਵੀ ਸਿੱਖਿਆ ਹੋਇਆ ਮਟੀਰੀਅਲ ਆ ਉਸ ਨੂੰ ਅਪਲਾਈ ਕਰਨ ਦੇ ਵਿੱਚ ਸਹਾਇਤਾ ਕਰਦੀ ਹੈ। ਤੁਹਾਨੂੰ ਮੌਕਾ ਮਿਲਦਾ ਕਿ ਤੁਸੀਂ ਆਪਣਾ ਹੁਨਰ ਆ ਜਿਹੜਾ ਦਿਖਾ ਸਕੋ। ਅਸਾਈਨਮੈਂਟ ਹੈਲਪਸ ਇਨ ਰੀਅਲਾਈਜ਼ਿੰਗ ਦਾ ਏਮਸ ਜਿਹੜੇ ਵੀ ਉਦੇਸ਼ ਨਿਰਧਾਰਿਤ ਕੀਤੇ ਹੋਏ ਹੁੰਦੇ ਨੇ ਉਸ ਨੂੰ ਰੀਅਲਾਈਜ਼ ਕਰਨ ਲਈ ਸਹਾਇਤਾ ਕਰਦੀ ਆ ਉਹਨਾਂ ਦੀ ਪੂਰਤੀ ਕਰਨ ਵਿੱਚ ਸਹਾਇਤਾ ਕਰਦੀ ਆ। ਇਟ ਹੈਲਪਸ ਇਨ ਮੈਜ਼ਰਿੰਗ ਦਾ ਸਟੂਡੈਂਟਸ ਪ੍ਰੋਗਰੈਸ ਬੱਚੇ ਕਿੱਥੇ ਖੜੇ ਨੇ ਕਿੰਨੀ ਉਹਨਾਂ ਦੀ ਪ੍ਰੋਗਰੈਸ ਹੋਈ ਆ ਇਹ ਦੇਖਣ ਵਿੱਚ ਵੀ ਸਹਾਇਤਾ ਕਰਦੀ ਆ। ਇਟ ਹੈਲਪਸ ਇਨ ਡਰਿਲ ਐਂਡ ਪ੍ਰੈਕਟਿਸ ਕਰਵਾਉਣ ਲਈ ਜਿਹੜੀ ਆ ਅਸਾਈਨਮੈਂਟ ਦਿੱਤੀ ਜਾਂਦੀ ਆ ਪ੍ਰੈਕਟਿਸ ਅਸਾਈਨਮੈਂਟ ਆ ਜਿਹੜੀ ਉਹ ਵੀ ਹੈਲਪ ਕਰਦੀ ਹੈ ਬੱਚਿਆਂ ਨੂੰ ਪ੍ਰੈਕਟਿਸ ਕਰਨ ਲਈ। ਇਟ ਹੈਲਪਸ ਇਨ ਜੱਜਿੰਗ ਦਾ ਪੀਪਲਸ ਬੱਚਿਆਂ ਦਾ ਨਿਰੀਖਣ ਕਰਨ ਲਈ ਜੱਜਮੈਂਟ ਕਰਨ ਲਈ ਉਹਨਾਂ
ਲਈ ਫੈਸਲੇ ਲੈਣ ਲਈ ਵੀ ਸਹਾਇਤਾ ਕਰਦੀ ਆ। ਇਟ ਪ੍ਰੋਵਾਈਡਸ ਮੋਟੀਵੇਸ਼ਨ, ਪ੍ਰੇਰਨਾ ਵੀ ਦਿੰਦੀ ਆ। ਜਿਹੜੀ ਅਸਾਈਨਮੈਂਟ ਆ ਸਾਨੂੰ ਪ੍ਰੇਰਿਤ ਕਰਦੀ ਆ, ਵਧੀਆ ਕੰਮ ਲਈ ਐਪਰੀਸ਼ੀਏਸ਼ਨ ਮਿਲਦੀ ਆ ਸਾਨੂੰ। ਦਾ ਟੀਚਰ ਮੇ ਪੇ ਇੰਡੀਵਿਜੂਅਲ ਅਟੈਂਸ਼ਨ, ਅਧਿਆਪਕ ਆ ਜਿਹੜਾ ਉਹ ਇੰਡੀਵਿਜੂਅਲ ਇੰਟੈਂਸ਼ਨ ਦੇ ਸਕਦਾ ਇਹਦੇ ਬੇਸ ਤੇ, ਕੱਲੇ ਨੂੰ ਜਿਹੜਾ ਬੱਚੇ ਨੂੰ ਉਹ ਜਾਂਚ ਸਕਦਾ ਹੈ। ਫਿਰ ਹੈਗਾ ਦਾ ਟੀਚਰ ਮੇ ਗਿਵ ਕਲੀਅਰ ਡਾਇਰੈਕਸ਼ਨ, ਜਿਹੜਾ ਅਧਿਆਪਕ ਆ ਉਹ ਕਲੀਅਰ ਡਾਇਰੈਕਸ਼ਨ, ਕਲੀਅਰ ਨਿਰਦੇਸ਼ਨ ਦੇ ਸਕਦਾ ਹੈ ਇਸ ਦੇ ਬੇਸ ਤੇ, ਤਾਂ ਇਹ ਹੈਲਪਫੁਲ ਹੁੰਦੀ ਆ। ਇਟ ਮੇ ਇਨਕਰੀਜ਼ ਕੋਆਪਰੇਟਿਵ ਐਕਟੀਵਿਟੀਜ਼, ਕੋਆਪਰੇਸ਼ਨ ਦੀਆਂ ਐਕਟੀਵਿਟੀਜ਼ ਦੇ ਵਿੱਚ ਵੀ ਇਹ ਗਿਣੀ ਜਾਂਦੀ ਆ, ਤਾਂ ਇਹ ਵਾਧਾ ਕਰਦੀ ਹੈ ਕੋਆਪਰੇਸ਼ਨ ਦੇ ਵਿੱਚ, ਸਹਿਯੋਗ ਦੀ ਭਾਵਨਾ ਲੈ ਕੇ ਆਉਂਦੀ ਹੈ ਬੱਚਿਆਂ ਵਿੱਚ। ਇਟ ਪ੍ਰਮੋਟਸ ਬੈਟਰ ਰਿਲੇਸ਼ਨਸ਼ਿਪਸ, ਤਾਂ ਇਹਦੇ ਨਾਲ ਜਿਹੜੇ ਰਿਲੇਸ਼ਨਸ਼ਿਪਸ ਨੇ ਉਹ ਬੈਟਰ ਹੁੰਦੇ, ਜਿਹੜੇ ਆਪਸੀ ਰਿਸ਼ਤੇ ਨੇ ਉਹ ਵਧੀਆ ਬਣਦੇ ਨੇ। ਫਿਰ ਹੈ ਸਟੂਡੈਂਟਸ ਕੈਨ ਲਰਨ ਦੇਅਰ ਓਨ ਪੇਸ, ਸਟੂਡੈਂਟ ਨੇ ਜਿਹੜੇ ਉਹ ਇੰਡੀਪੈਂਡੈਂਟਲੀ ਲਰਨ ਕਰਨਾ ਸਿੱਖਦੇ ਨੇ, ਆਪਣੇ ਬੇਸ ਦੇ ਉੱਤੇ ਜਿਹੜਾ ਇਹ ਕਨਸੈਪਟ ਕਲੀਅਰ ਕਰਨਾ ਸਿੱਖਦੇ ਨੇ। ਕੁਐਸਚਨ ਚਾਹੇ ਥੋੜਾ ਲੈਂਥੀ ਆ ਪਰ ਲੌਂਗ ਤੁਹਾਡਾ ਇੱਕ ਕੁਐਸਚਨ ਬਣਦਾ ਏ। ਇਹਦੇ ਵਿੱਚ ਸ਼ਾਰਟ ਨੋਟ ਜਿਹੜੇ ਵੀ ਹੈਡਿੰਗ ਨੇ ਉਹ ਤੁਹਾਡੇ ਸਾਰੇ ਸ਼ਾਰਟ ਨੋਟਸ ਬਣਦੇ ਨੇ, ਤਾਂ ਇਹਨੂੰ ਉਸੇ ਢੰਗ ਨਾਲ ਪ੍ਰੀਪੇਅਰ ਕਰਨਾ ਏ। ਹੁਣ ਅਸੀਂ ਦੇਖਦੇ ਹਾਂ ਕਿ ਅਸਾਈਨਮੈਂਟ ਨੂੰ ਅਸੈਸਮੈਂਟ ਫਾਰ ਲਰਨਿੰਗ ਲਈ ਕਿਵੇਂ ਟੈਕਨੀਕ ਦੇ ਤੌਰ ਤੇ, ਟੂਲ ਦੇ ਤੌਰ ਤੇ ਵਰਤਿਆ ਜਾ ਸਕਦਾ ਹੈ। ਰਾਈਟਿੰਗ ਆਨਸਰਸ ਫਾਰ ਦਾ ਐਸੇ ਟਾਈਪ ਕੁਐਸਚਨਸ ਇਨ ਡਿਟੇਲ, ਜਿਹੜੇ ਐਸੇ ਟਾਈਪ ਕੁਐਸਚਨ ਹੁੰਦੇ ਨੇ ਉਹਨਾਂ ਨੂੰ ਡਿਟੇਲ 'ਚ ਆਨਸਰ ਦੇਣ ਲਈ, ਆਨਸਰ ਲਿਖਣ ਲਈ ਇਸ ਨੂੰ ਇੱਕ ਟੈਕਨੀਕ ਦੇ ਤੌਰ ਤੇ ਵਰਤਿਆ ਜਾ ਸਕਦਾ, ਬੱਚਿਆਂ ਨੂੰ ਸਿਖਾਉਣ ਲਈ ਕਿ ਐਸੇ ਟਾਈਪ ਕੁਐਸਚਨ ਦੇ ਆਨਸਰ ਡਿਟੇਲ ਦੇ ਵਿੱਚ ਕਿਵੇਂ ਲਿਖਣੇ ਨੇ। ਫਿਰ ਹੈ ਅਸਾਈਨਿੰਗ ਸਮ ਪ੍ਰੈਕਟੀਕਲ ਟਾਸਕ ਐਂਡ ਐਪਲੀਕੇਸ਼ਨ ਆਫ ਲਰਨਿੰਗ ਫੈਕਟਸ ਐਂਡ ਪ੍ਰੈਕਟੀਕਲਸ, ਪ੍ਰੈਕਟੀਕਲ ਟਾਸਕ ਦੇਣ ਲਈ, ਪ੍ਰੈਕਟੀਕਲੀ ਕੰਮ ਦੇਣ ਲਈ, ਕੋਈ ਉਹਨਾਂ ਨੂੰ ਹੱਥੀਂ ਲਿਖਤ, ਉਹਨਾਂ ਨੂੰ ਆਪਣੇ ਆਪ ਲਈ ਕੰਮ ਦੇਣ ਲਈ ਸਟੂਡੈਂਟਸ ਨੂੰ ਇੰਡੀਪੈਂਡੈਂਟਲੀ, ਇਹ ਬਹੁਤ ਵਧੀਆ ਪਲੇਟਫਾਰਮ ਆ। ਫਿਰ ਹੈਗਾ ਟੂ ਕ੍ਰੀਏਟ ਆ ਕੰਸਟਰਕਟ ਸਮਥਿੰਗ ਇਨ ਦਾ ਫਾਰਮ ਆਫ ਆਰਟੀਕਲਸ, ਤਾਂ ਅਸੀਂ ਬੱਚਿਆਂ ਨੂੰ ਆਰਟੀਕਲ ਸਿਖਾਉਣਾ ਹੈ, ਕੋਈ ਆਪਣੇ ਵਿਊਜ਼ ਦੇਣੇ, ਆਪਣੇ ਜਿਹੜੇ ਪੁਆਇੰਟ ਆਫ ਵਿਊਜ਼ ਨਾਲ ਜਿਹੜੀ ਚੀਜ਼ ਨੂੰ ਦੇਖਣ ਨਾਲ, ਉਸ ਨੂੰ ਡਿਟੇਲ ਦੇ ਵਿੱਚ ਲਿਖਣ ਨਾਲ, ਜਿਹੜਾ ਜੋ ਵੀ ਜੇ ਕਹਿ ਲਓ ਕਿ ਆਪਣੇ ਵਿਚਾਰ ਵਿਅਕਤ ਕਰਨਾ ਸਿਖਾਉਣਾ ਹੈ, ਤਾਂ ਇਹਦੇ ਲਈ ਅਸਾਈਨਮੈਂਟਸ ਬਹੁਤ ਵਧੀਆ ਸਾਧਨ ਆ। ਫਿਰ ਹੈਗਾ ਡਿਵੀਜ਼ਨ ਆਫ ਟਾਸਕ ਰਿਲੇਟਡ ਟੂ ਕਰੀਕੂਲਰ ਏਰੀਆਜ਼ ਫਾਰ ਦੇਅਰ ਸੈਲਫ ਸਟੱਡੀ, ਹੁਣ ਅਸੀਂ ਸਾਰਾ ਸੈਲਫ ਸਟੱਡੀ ਲਈ ਤਾਂ ਦੇ ਨਹੀਂ ਸਕਦੇ, ਤਾਂ ਅਸੀਂ ਡਿਵੀਜ਼ਨ ਕਰ ਦਿੰਦੇ ਹਾਂ ਕੰਮਾਂ ਦੀ, ਕਿ ਇੰਨਾ ਕੰਮ ਆ ਜਿਹੜਾ ਅਸਾਈਨਮੈਂਟ ਦੇ ਵਿੱਚ ਦਿੱਤਾ ਜਾਊਗਾ, ਇੰਨਾ ਕੰਮ ਆ ਜਿਹੜਾ ਟੀਚਰ ਪੜ੍ਹਾਊਗਾ ਜਾਂ ਟੀਚਰ ਦੁਆਰਾ ਹੀ ਕਰਵਾਇਆ ਜਾਊਗਾ, ਤਾਂ ਇਹ ਸੈਲਫ ਸਟੱਡੀ ਦਾ ਜਿਹੜਾ ਉਹ ਪ੍ਰਮੋਟ ਕਰਦਾ ਹੈ ਸੈਲਫ ਸਟੱਡੀ ਨੂੰ। ਡੈਮੋਸਟ੍ਰੇਸ਼ਨ ਆਫ ਕੰਪਰੀਹੈਂਸ਼ਨ ਆਫ ਸਬਜੈਕਟ ਨੂੰ ਕੰਪਰੀਹੈਂਸ਼ਨ ਕਿਵੇਂ ਕਰਨਾ ਹੈ, ਵਿਸਥਾਰ ਨਾਲ ਕਿਵੇਂ ਪੜ੍ਹਨਾ ਹੈ, ਇਸ ਦੀ ਵੀ ਡੈਮੋਸਟ੍ਰੇਸ਼ਨ ਆ ਜਿਹੜੀ ਉਹ ਅਸਾਈਨਮੈਂਟਸ ਦੇ ਥਰੂ ਆਉਂਦੀ ਆ। ਫਿਰ ਹੈ ਐਪਲੀਕੇਸ਼ਨ ਆਫ ਨੌਲੇਜ ਐਂਡ ਸਕਿੱਲਸ, ਨੌਲੇਜ ਅਤੇ ਸਕਿੱਲ ਨੂੰ ਕਿਵੇਂ ਅਪਲਾਈ ਕਰਨਾ ਮਿਲਾ ਕੇ, ਇਸ ਤਰ੍ਹਾਂ ਦੀ ਜਿਹੜੀ ਸਿੱਖਣਾ ਹੈ ਉਹ ਵੀ ਬੱਚੇ ਸਿੱਖਦੇ ਨੇ। ਯੂਜ਼ ਆਫ ਰੂਬਰਿਕਸ ਫਾਰ ਪਰਪਸ, ਤਾਂ ਆਪਣੇ ਕੰਮ ਲਈ ਦੂਜਿਆਂ ਦੀ ਸਹਾਇਤਾ ਕਿਵੇਂ ਲੈਣੀ ਆ, ਜਿਹੜੇ ਦੂਜੀਆਂ ਬੁੱਕਸ ਨੇ ਜਾਂ ਲਾਇਬ੍ਰੇਰੀ ਜਾਂ ਇੰਟਰਨੈਟ ਜਾਂ ਹੋਰ ਇਸ ਤਰ੍ਹਾਂ ਨਾਲ ਵੀ ਬੱਚੇ ਸਿੱਖਦੇ ਨੇ ਕਿ ਕਿਵੇਂ ਅਸੀਂ ਦੂਜੀਆਂ ਚੀਜ਼ਾਂ ਦੇ ਰਾਹੀਂ ਆਪਣਾ ਕਨਸੈਪਟ ਆ ਜਿਹੜਾ ਉਹ ਕਲੀਅਰ ਕਰਨਾ ਹੈ। ਇਸ ਤੋਂ ਬਾਅਦ ਆ ਜਾਂਦੀਆਂ ਨੇ ਮੈਰਿਟਸ ਆਫ ਅਸਾਈਨਮੈਂਟ, ਤਾਂ ਬਹੁਤ ਸਾਰੀਆਂ ਮੈਰਿਟਸ ਨੇ ਅਸਾਈਨਮੈਂਟ ਦੀਆਂ, ਬਹੁਤ ਸਾਰੇ ਗੁਣ ਨੇ, ਈਜ਼ੀਲੀ ਅਸੈਸ ਹੋ ਜਾਂਦੀਆਂ ਨੇ, ਆਸਾਨੀ ਨਾਲ ਜਿਹੜੀਆਂ ਨੇ ਜਾਂਚੀਆਂ ਜਾ ਸਕਦੀਆਂ ਨੇ, ਲੈਸ ਟਾਈਮ ਕੰਜ਼ਿਊਮਿੰਗ ਨੇ, ਟਾਈਮ ਘੱਟ ਲੱਗਦਾ ਹੈ ਕਿਉਂਕਿ ਟੀਚਰ ਜਿਹੜਾ ਆਪਣਾ ਸਿਲੇਬਸ ਕਵਰ ਕਰਵਾਉਂਦਾ ਹੈ ਅਤੇ ਨਾਲ ਜੋ ਵੀ ਟੌਪਿਕਸ ਹੁੰਦੇ ਨੇ ਅਸਾਈਨਮੈਂਟ ਦੇ ਕੇ ਅੱਗੇ ਆਪਣਾ ਕੰਮ ਕਰਵਾਉਣਾ ਸ਼ੁਰੂ ਕਰ ਦਿੰਦਾ, ਅਤੇ ਉਹ ਕੰਮ ਜਿਹੜਾ ਹੈ ਬਾਕੀ ਬੱਚੇ ਸੈਲਫ ਸਟੱਡੀ ਰਾਹੀਂ ਕਰਦੇ ਨੇ। ਫਿਰ ਹੈ ਪ੍ਰਮੋਟ ਹਾਇਰ ਥਿੰਕਿੰਗ, ਤਾਂ ਬੱਚੇ ਕੰਮ ਕਰਨਾ ਸਿੱਖਦੇ ਨੇ ਸਟੂਡੈਂਟਸ, ਅਤੇ ਉਹਨਾਂ ਦੀ ਥਿੰਕਿੰਗ ਆ ਜਿਹੜੀ ਉਹ ਵੱਧਦੀ ਆ ਜਾਂ ਉੱਚੀ ਹੁੰਦੀ ਆ, ਜ਼ਿਆਦਾ ਤੋਂ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦੇ ਨੇ ਉਹ। ਫਿਰ ਹੈ ਮੋਰ ਈਜ਼ੀ ਦੈਨ ਐਗਜ਼ਾਮੀਨੇਸ਼ਨ, ਤਾਂ ਫੁੱਲ ਫਲੈਜ ਐਗਜ਼ਾਮੀਨੇਸ਼ਨ ਨਾਲੋਂ ਇਹ ਥੋੜ੍ਹੇ ਈਜ਼ੀ ਹੁੰਦੀਆਂ ਨੇ। ਓਪਰਚੁਨਿਟੀ ਇਨ ਸੈਲਫ ਲਰਨਿੰਗ, ਤਾਂ ਆਪਣੇ ਆਪ ਸਿੱਖਣ ਦੀ ਜਿਹੜਾ ਮੌਕਾ ਮਿਲਦਾ ਏ। ਪ੍ਰੋਵਾਈਡ ਸਫੀਸ਼ੀਐਂਟ ਫਲੈਕਸੀਬਿਲਿਟੀ, ਇਹਦੇ ਵਿੱਚ ਭਰਪੂਰ ਜਿਹੜੀ ਲਚਕਤਾ ਹੁੰਦੀ ਆ, ਕਿਉਂਕਿ ਅਸੀਂ ਜਿਹੜਾ ਲੈਵਲ ਆ ਸਟੂਡੈਂਟਸ ਦਾ, ਸਲੋ ਲਰਨਰ ਨੇ, ਫਾਸਟ ਲਰਨਰ ਨੇ ਜਾਂ ਐਵਰੇਜ ਸਟੂਡੈਂਟਸ ਨੇ, ਉਹਨਾਂ ਨੂੰ ਸਫੀਸ਼ੀਐਂਟ ਟਾਈਮ ਦੇ ਮੁਤਾਬਕ ਕੰਮ ਕਰਨਾ ਆ ਜਾਂਦਾ ਏ। ਫੁੱਲ ਰਿਸਪੌਂਸੀਬਿਲਿਟੀ ਆਫ ਸਟੂਡੈਂਟਸ, ਪੂਰੀ ਤਰ੍ਹਾਂ ਨਾਲ ਜਿਹੜੀ ਜ਼ਿੰਮੇਵਾਰੀ ਉਹ
ਵਿਦਿਆਰਥੀਆਂ ਦੀ ਹੁੰਦੀ ਹੈ ਇਹਦੇ ਵਿੱਚ। ਫਿਰ ਹੈ ਪ੍ਰੋਵਾਈਡਸ ਬੈਟਰ ਫੀਡਬੈਕ। ਇਹਦੇ ਨਾਲ ਜਿਹੜੀ ਵਧੀਆ ਤੋਂ ਵਧੀਆ ਫੀਡਬੈਕ ਆ ਬੱਚਿਆਂ ਨੂੰ, ਸਟੂਡੈਂਟਸ ਨੂੰ ਦਿੱਤੀ ਜਾ ਸਕਦੀ ਹੈ। ਪ੍ਰੋਵਾਈਡਸ ਰਿਕਾਰਡ ਆਫ ਸਟਰੈਂਥਸ ਐਂਡ ਵੀਕਨੈਸ। ਸਟੂਡੈਂਟਸ ਦੀਆਂ ਜਿਹੜੀਆਂ ਕਮਜ਼ੋਰੀਆਂ ਨੇ ਤੇ ਉਹਨਾਂ ਦੀ ਜਿਹੜੀਆਂ ਵਧੀਆ ਪੁਆਇੰਟਸ ਨੇ ਉਹਨਾਂ ਦਾ ਰਿਕਾਰਡ ਰੱਖਿਆ ਜਾ ਸਕਦਾ ਹੈ ਅਸਾਈਨਮੈਂਟ ਦੇ ਤੌਰ ਤੇ। ਤਾਂ ਇਹ ਸੀਗੇ ਗੁਣ ਅਸਾਈਨਮੈਂਟ ਦੇ। ਅੱਗੇ ਅਸੀਂ ਡੀਮੈਰਿਟਸ ਕਰਦੇ ਹਾਂ। ਇਹਦੀਆਂ ਡੀਮੈਰਿਟਸ ਨੇ ਮੋਰ ਟਾਈਮ ਕੰਜ਼ਿਊਮਿੰਗ ਦੈਨ ਐਗਜ਼ਾਮੀਨੇਸ਼ਨ ਤੋਂ ਵੱਧ ਟਾਈਮ ਕੰਜ਼ਿਊਮਿੰਗ ਹੁੰਦੀ ਹੈ, ਕਿਉਂਕਿ ਇਹਦੇ ਵਿੱਚ ਟਾਈਮ ਲਿਮਿਟ ਅਸੀਂ ਥੋੜ੍ਹੀ ਜ਼ਿਆਦਾ ਦੇ ਦਿੰਦੇ ਹਾਂ ਕਿ ਬੱਚੇ ਨੇ ਜਿਹੜੇ ਸਰਚ ਵਰਕ ਕਰਕੇ ਕੰਮ ਆਪਣਾ ਕਰ ਸਕਣ। ਫਿਰ ਹੈ ਰਿਕੁਆਇਰ ਐਡੀਸ਼ਨਲ ਰਿਸੋਰਸਿਸ। ਇਹਦੇ ਲਈ ਹੋਰ ਰਿਸੋਰਸਿਸ ਦੀ ਵੀ ਜ਼ਰੂਰਤ ਪੈ ਸਕਦੀ ਆ, ਜਿਵੇਂ ਤੁਹਾਡਾ ਕੰਪਿਊਟਰ ਹੋ ਗਿਆ, ਜਾਂ ਕਹਿ ਲਓ ਕਿ ਤੁਸੀਂ ਲਾਇਬ੍ਰੇਰੀ ਦੇ ਵਿੱਚ ਬੁੱਕਸ ਹੋ ਗਈਆਂ, ਹੋਰ ਸਟੱਡੀ ਮਟੀਰੀਅਲ ਹੋ ਗਿਆ। ਇਸ ਤੋਂ ਬਿਨਾਂ ਮੇ ਬੀ ਲੈਸ ਇਫੈਕਟਿਵ। ਇਹ ਵੀ ਘੱਟ ਇਫੈਕਟਿਵ ਵੀ ਹੋ ਸਕਦੀਆਂ ਨੇ, ਕਿਉਂਕਿ ਸਟੂਡੈਂਟ ਨੇ ਜਿਹੜੇ ਉਹ ਆਪਣੇ ਲੈਵਲ ਦੇ ਉੱਤੇ ਕਿਸ ਤਰ੍ਹਾਂ ਦਾ ਕੰਮ ਕਰਦੇ ਨੇ, ਉਹ ਵਧੀਆ ਕੁਐਸਚਨ ਵੀ ਤਿਆਰ ਕਰ ਸਕਦੇ ਤੇ ਉਸ ਤੋਂ ਘੱਟ ਵਧੀਆ ਵੀ ਕਰ ਸਕਦੇ ਨੇ। ਫਿਰ ਹੈ ਪ੍ਰੋਬਲਮ ਆਫ ਡਾਈਵਰਜੈਂਟ ਗਰੁੱਪ ਆਫ ਸਟੂਡੈਂਟਸ। ਤਾਂ ਵਖਰੇਵਿਆਂ ਵਾਲੇ ਗਰੁੱਪ ਨੇ ਜਿਹੜੇ ਸਟੂਡੈਂਟਸ ਦੇ, ਉਹਨਾਂ ਲਈ ਇੱਕ ਪ੍ਰੋਬਲਮ ਖੜੀ ਹੋ ਜਾਂਦੀ ਆ। ਕਈ ਸਟੂਡੈਂਟਸ ਇੰਨੇ ਸਲੋ ਲਰਨਰ ਹੁੰਦੇ ਨੇ ਕਿ ਉਹ ਟਾਈਮ ਲਿਮਿਟ ਦੇ ਅਕੋਰਡਿੰਗ ਵੀ ਜਿਹੜਾ ਕੰਮ ਪੂਰਾ ਨਹੀਂ ਕਰਕੇ ਦੇ ਸਕਦੇ। ਤਾਂ ਸਾਰੇ ਸਟੂਡੈਂਟਸ ਨੂੰ ਇੱਕੋ ਹੀ ਟਾਈਮ ਲਿਮਿਟ ਦੇਣੀ ਔਖੀ ਹੋ ਜਾਂਦੀ ਹੈ। ਫਿਰ ਹੈ ਮੋਰ ਬਰਡਨ ਟੂ ਟੀਚਰ, ਕਿਉਂਕਿ ਅਧਿਆਪਕ ਨੂੰ ਇਸ ਦਾ ਜਿਹੜਾ ਇਵੈਲੂਏਸ਼ਨ ਕਰਨੀ ਪੈਂਦੀ ਹੈ। ਤਾਂ ਜੇ ਅਸੀਂ ਜਿੰਨੀਆਂ ਜ਼ਿਆਦਾ ਅਸਾਈਨਮੈਂਟਸ ਦੇਵਾਂਗੇ ਉਨਾ ਜ਼ਿਆਦਾ ਬਰਡਨ ਆ ਜਿਹੜਾ ਅਧਿਆਪਕ ਦੇ ਉੱਤੇ ਪਏਗਾ। ਤਾਂ ਇਹ ਸੀਗੀਆਂ ਡੀਮੈਰਿਟਸ ਆਫ ਅਸਾਈਨਮੈਂਟਸ। ਤਾਂ ਇਹ ਤੁਹਾਡਾ ਲੈਂਥੀ ਕੁਐਸਚਨ ਸੀਗਾ ਅਸਾਈਨਮੈਂਟਸ ਵਾਲਾ, ਜਿਹਨੂੰ ਇੱਕ ਸ਼ੇਪ ਦੇਣ ਦੀ ਮੈਂ ਕੋਸ਼ਿਸ਼ ਕੀਤੀ ਹੈ ਕਿ ਕੀ ਤੁਸੀਂ ਇਹਦੇ ਵਿੱਚ ਕਰਨਾ ਹੈ। ਅੱਗੇ ਫਿਰ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਨੈਕਸਟ ਟੌਪਿਕ। ਥੈਂਕਸ।